ਸਤਿ ਸ਼੍ਰੀ ਅਕਾਲ। ਮੈਂ ਸੁਪ੍ਰੀਤ ਕੌਰ, ਸਾਇੰਸ ਮਿਸਟਰਸ ਬਾਬਾ ਨਾਮਦੇਵ ਗੌਰਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਤੋਂ ਹਾਂ। ਅੱਜ ਅਸੀਂ 9ਵੀਂ ਕਲਾਸ ਦਾ ਅਧਿਆਇ ਨੰਬਰ 4 ਪਰਮਾਣੂ ਦੀ ਬਣਤਰ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਵਿਦਿਆਰਥੀਓ, ਅਸੀਂ ਅਧਿਆਇ 3 ਵਿੱਚ ਪੜ੍ਹ ਚੁੱਕੇ ਹਾਂ ਕਿ ਪਦਾਰਥ ਪਰਮਾਣੂਆਂ ਅਤੇ ਅਣੂਆਂ ਤੋਂ ਮਿਲ ਕੇ ਬਣੇ ਹੁੰਦੇ ਹਨ। ਪਰ ਪ੍ਰਸ਼ਨ ਇਹ ਉੱਠਦਾ ਹੈ ਕਿ ਕਿਸੇ ਇੱਕ ਤੱਤ ਦਾ ਪਰਮਾਣੂ ਦੂਜੇ ਤੱਤ ਦੇ ਪਰਮਾਣੂਆਂ ਤੋਂ ਕਿੰਨਾ ਕੁ ਭਿੰਨ ਹੁੰਦਾ ਹੈ ਅਤੇ ਕੀ ਪਰਮਾਣੂ ਅਸਲ ਵਿੱਚ ਅਵਿਭਾਜ ਮਤਲਬ ਨਾਨ ਡਿਵਿਜ਼ੀਬਲ ਹੁੰਦੇ ਹਨ ਜਾਂ ਨਹੀਂ। ਪਰਮਾਣੂ ਦੀ ਬਣਤਰ ਅਤੇ ਉਸ ਦੇ ਗੁਣਾਂ ਨੂੰ ਸਮਝਣ ਲਈ ਅਸੀਂ ਇਸ ਅਧਿਆਇ ਨੂੰ ਪੜ੍ਹਾਂਗੇ। ਪਦਾਰਥਾਂ ਵਿੱਚ ਚਾਰਜਿਤ ਕਣ ਮੌਜੂਦ ਹੁੰਦੇ ਹਨ। ਆਓ ਇਹਨਾਂ ਦੇ ਸੁਭਾਅ ਨੂੰ ਜਾਣਨ ਦੇ ਲਈ ਇੱਕ ਕਿਰਿਆ ਕਰੀਏ। ਇਸ ਕਿਰਿਆ ਨੂੰ ਕਰਨ ਦੇ ਲਈ ਸਾਨੂੰ ਚਾਹੀਦੇ ਹਨ ਕਾਗਜ਼ ਦੇ ਕੁਝ ਛੋਟੇ ਟੁਕੜੇ ਅਤੇ ਕੰਘੀ। ਹੁਣ ਸਭ ਤੋਂ ਪਹਿਲਾਂ ਸੁੱਕੇ ਵਾਲਾਂ ਵਿੱਚ ਚੰਗੀ ਤਰ੍ਹਾਂ ਕੰਘੀ ਕਰਨੀ ਹੈ ਤਾਂ ਕਿ ਕੰਘੀ ਚੰਗੀ ਤਰ੍ਹਾਂ ਚਾਰਜ ਹੋ ਜਾਵੇ। ਫਿਰ ਇਸ ਕੰਘੀ ਨੂੰ ਤੁਸੀਂ ਕਾਗਜ਼ ਦੇ ਛੋਟੇ ਟੁਕੜਿਆਂ ਦੇ ਨਜ਼ਦੀਕ ਲਿਆਉਣਾ ਹੈ। ਤੁਸੀਂ ਦੇਖਿਆ ਕਿ ਕਾਗਜ਼ ਦੇ ਛੋਟੇ ਟੁਕੜੇ ਕੰਘੀ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਕਿਰਿਆ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਜੇਕਰ ਦੋ ਵਸਤੂਆਂ ਨੂੰ ਆਪਸ ਵਿੱਚ ਰਗੜਦੇ ਹਾਂ ਤਾਂ ਉਹਨਾਂ ਵਿੱਚ ਬਿਜਲਈ ਚਾਰਜ ਆ ਜਾਂਦਾ ਹੈ। ਕੰਘੀ ਵਾਲੀ ਕਿਰਿਆ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਪਦਾਰਥਾਂ ਵਿੱਚ ਚਾਰਜਿਤ ਕਣ ਮੌਜੂਦ ਹੁੰਦੇ ਹਨ। ਇਹ ਤੁਸੀਂ ਘਰਾਂ ਵਿੱਚ ਆਮ ਤੌਰ 'ਤੇ ਦੇਖਿਆ ਹੀ ਹੋਵੇਗਾ ਕਿ ਸਰਦੀਆਂ ਵਿੱਚ ਵੀ ਕਈ ਵਾਰ ਸਾਡੇ ਕੱਪੜੇ ਸਾਡੇ ਨਾਲ ਚਿਪਕ ਜਾਂਦੇ ਹਨ ਕਿਉਂਕਿ ਉਹ ਰਗੜਨ ਦੇ ਨਾਲ ਉਹਨਾਂ ਵਿੱਚ ਚਾਰਜ ਆ ਜਾਂਦਾ ਹੈ। ਇਹੋ ਜਿਹੀਆਂ ਕਈ ਉਦਾਹਰਨਾਂ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਪਦਾਰਥਾਂ ਵਿੱਚ ਚਾਰਜਿਤ ਕਣ ਮੌਜੂਦ ਹੁੰਦੇ ਹਨ। ਉਹ ਚਾਰਜਿਤ ਕਣ ਕਿਸ ਤਰ੍ਹਾਂ ਦੇ ਹਨ? ਬਾਅਦ ਵਿੱਚ ਕਈ ਵਿਗਿਆਨੀਆਂ ਨੇ ਇਸ 'ਤੇ ਕੰਮ ਕੀਤਾ ਅਤੇ ਖੋਜ ਕੀਤੀ ਕਿ ਉਹ ਚਾਰਜਿਤ ਕਣ ਹਨ ਇਲੈਕਟ੍ਰੋਨ ਅਤੇ ਪ੍ਰੋਟੋਨ। 19ਵੀਂ ਸਦੀ ਤੱਕ ਇਹ ਜਾਣ ਲਿਆ ਗਿਆ ਸੀ ਕਿ ਪਰਮਾਣੂ ਸਧਾਰਨ ਅਤੇ ਅਵਿਭਾਜ ਕਣ ਨਹੀਂ ਹਨ ਬਲਕਿ ਇਹ ਚਾਰਜਿਤ ਕਣਾਂ ਤੋਂ ਬਣੇ ਹਨ। ਚਾਰਜਿਤ ਕਣ ਦੋ ਤਰ੍ਹਾਂ ਦੇ ਹਨ, ਇਲੈਕਟ੍ਰੋਨ ਅਤੇ ਪ੍ਰੋਟੋਨ। ਇਲੈਕਟ੍ਰੋਨ ਦੀ ਖੋਜ ਕੀਤੀ ਜੇ ਥਾਮਸਨ ਨੇ। ਇਸ ਦਾ ਚਾਰਜ -1 ਅਤੇ ਇਸ ਦਾ ਸੰਕੇਤ E- ਹੁੰਦਾ ਹੈ। ਪ੍ਰੋਟੋਨ ਦੀ ਖੋਜ ਕੀਤੀ ਗੋਲਡਸਟੀਨ ਨੇ। ਇਸ ਦਾ ਚਾਰਜ ਸੰਕੇਤ P+ ਹੁੰਦਾ ਹੈ। ਹੁਣ ਅਸੀਂ ਪਰਮਾਣੂ ਦੀ ਬਣਤਰ ਨਾਲ ਸੰਬੰਧਿਤ ਮਾਡਲਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਥਾਮਸਨ ਦਾ ਐਟੋਮਿਕ ਮਾਡਲ। ਉਸ ਸਮੇਂ ਇਹ ਜਾਣਨਾ ਜ਼ਰੂਰੀ ਸੀ ਕਿ ਚਾਰਜਿਤ ਕਣ ਕਿਸ ਜਗ੍ਹਾ ਮੌਜੂਦ ਹਨ ਔਰ ਕਿਸ ਤਰ੍ਹਾਂ ਵਿਵਸਥਿਤ ਹਨ। ਕੀ ਉਹ ਵੱਖ-ਵੱਖ ਜਗ੍ਹਾ 'ਤੇ ਖਿਲਰੇ ਹੋਏ ਹਨ ਜਾਂ ਇੱਕ ਹੀ ਜਗ੍ਹਾ 'ਤੇ ਇਕੱਠੇ ਹਨ। ਇਹਨਾਂ ਦੇ ਜਵਾਬ ਜਾਣਨ ਲਈ ਆਓ ਪਿੱਛੇ ਇੱਕ ਝਾਤੀ ਮਾਰੀਏ ਕਿ ਡਾਲਟਨ ਨੇ ਆਪਣੇ ਸਿਧਾਂਤ ਵਿੱਚ ਕੀ ਕਿਹਾ ਸੀ। ਡਾਲਟਨ ਦੇ ਅਨੁਸਾਰ ਪਰਮਾਣੂ ਅਵਿਭਾਜ ਸੀ ਅਤੇ 1886 ਵਿੱਚ ਗੋਲਡਸਟੀਨ ਨੇ ਇੱਕ ਨਵੀਂ ਵਿਕਿਰਨ ਦੀ ਖੋਜ ਕੀਤੀ ਜੋ ਕਿ ਧਨ ਚਾਰਜਿਤ ਸਨ। ਉਸਨੂੰ ਗੋਲਡਸਟੀਨ ਨੇ ਕੈਨਾਲ ਰੇਜ਼ ਦਾ ਨਾਮ ਦਿੱਤਾ। ਇਸ ਪ੍ਰਯੋਗ ਰਾਹੀਂ ਹੀ ਪ੍ਰੋਟੋਨ ਦੀ ਖੋਜ ਹੋਈ। ਇਹਨਾਂ ਦਾ ਪੁੰਜ ਇਲੈਕਟ੍ਰੋਨ ਨਾਲੋਂ ਲਗਭਗ 2000 ਗੁਣਾ ਵੱਧ ਹੁੰਦਾ ਹੈ ਅਤੇ ਇਸ 'ਤੇ ਧਨਾਤਮਕ ਚਾਰਜ ਹੁੰਦਾ ਹੈ। 1900 ਵਿੱਚ ਜੇ ਥਾਮਸਨ ਨੇ ਕੈਥੋਡ ਰੇ ਟਿਊਬ ਵਿੱਚ ਆਪਣੇ ਪ੍ਰਯੋਗ ਰਾਹੀਂ ਰਿਣਾਤਮਕ ਕਣਾਂ ਦੀ ਖੋਜ ਕੀਤੀ ਜਿਨ੍ਹਾਂ ਨੂੰ ਇਲੈਕਟ੍ਰੋਨ ਕਿਹਾ ਜਾਂਦਾ ਸੀ। ਇਲੈਕਟ੍ਰੋਨ ਦਾ ਪੁੰਜ ਨਾਮਾਤਰ ਹੁੰਦਾ ਹੈ ਅਤੇ ਚਾਰਜ -1 ਮੰਨਿਆ ਜਾਂਦਾ ਹੈ। ਇਲੈਕਟ੍ਰੋਨ ਤੇ ਪ੍ਰੋਟੋਨ ਦੀ ਖੋਜ ਤੋਂ ਬਾਅਦ ਡਾਲਟਨ ਦਾ ਪਰਮਾਣੂ ਸਿਧਾਂਤ ਗਲਤ ਸਾਬਿਤ ਹੋ ਗਿਆ। ਪਰਮਾਣੂ ਤਾਂ ਵਿਭਾਜ ਹਨ ਜੋ ਕਿ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਬਣੇ ਹੋਏ ਹਨ ਪਰ ਉਸ ਸਮੇਂ ਇਹ ਜਾਣਕਾਰੀ ਨਹੀਂ ਸੀ ਕਿ ਇਲੈਕਟ੍ਰੋਨ ਤੇ ਪ੍ਰੋਟੋਨ ਦੀ ਸਥਿਤੀ ਕੀ ਹੈ। ਜੇ ਥਾਮਸਨ ਨੇ ਪਰਮਾਣੂ ਦੀ ਬਣਤਰ ਨਾਲ ਇੱਕ ਮਾਡਲ ਪੇਸ਼ ਕੀਤਾ ਜਿਸ ਨੂੰ ਉਹਨਾਂ ਨੇ ਕ੍ਰਿਸਮਸ ਪੁਡਿੰਗ ਦੇ ਨਾਲ ਕੰਪੇਅਰ ਕੀਤਾ।
ਇਸ ਵਿੱਚ ਇਲੈਕਟ੍ਰੋਨ ਕ੍ਰਿਸਮਸ ਪੁਡਿੰਗ ਵਿੱਚ ਲੱਗੇ ਸੁੱਕੇ ਮੇਵਿਆਂ ਦੀ ਤਰ੍ਹਾਂ ਸਨ ਅਤੇ ਕੇਕ ਇੱਕ ਤਰ੍ਹਾਂ ਨਾਲ ਧਨ ਚਾਰਜਿਤ ਗੋਲੇ ਨੂੰ ਦਰਸਾਉਂਦਾ ਹੈ। ਉਹਨਾਂ ਨੇ ਇਸ ਮਾਡਲ ਨੂੰ ਤਰਬੂਜ ਦੀ ਉਦਾਹਰਨ ਨਾਲ ਵੀ ਸਮਝਾਇਆ, ਜਿਸ ਦੇ ਅਨੁਸਾਰ ਪਰਮਾਣੂ ਵਿੱਚ ਧਨ ਚਾਰਜ ਤਰਬੂਜ ਦੇ ਖਾਣ ਵਾਲੇ ਲਾਲ ਭਾਗ ਵਾਂਗ ਖਿਲ ਰਿਹਾ ਹੈ, ਜਦਕਿ ਇਲੈਕਟ੍ਰੋਨ ਧਨ ਚਾਰਜਿਤ ਗੋਲੇ ਵਿੱਚ ਤਰਬੂਜ ਦੇ ਬੀਜ ਵਾਂਗ ਖੁੱਭੇ ਹੋਏ ਹਨ। ਸੋ ਥਾਮਸਨ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਧਨ ਚਾਰਜਿਤ ਗੋਲੇ ਦਾ ਬਣਿਆ ਹੁੰਦਾ ਹੈ ਅਤੇ ਰਿਣ ਚਾਰਜਿਤ ਇਲੈਕਟ੍ਰੋਨ ਉਸ ਵਿੱਚ ਖੁੱਭੇ ਹੁੰਦੇ ਹਨ। ਰਿਣਾਤਮਕ ਅਤੇ ਧਨਾਤਮਕ ਚਾਰਜ ਦੋਨੋਂ ਹੀ ਮਾਤਰਾ ਵਿੱਚ ਸਮਾਨ ਹੁੰਦੇ ਹਨ। ਇਸ ਕਰਕੇ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ। ਇਸ ਉੱਪਰ ਕੋਈ ਚਾਰਜ ਨਹੀਂ ਮੰਨਿਆ ਜਾਂਦਾ। ਥਾਮਸਨ ਦੇ ਮਾਡਲ ਦੀ ਇਹ ਕਮੀ ਸੀ ਕਿ ਜੋ ਦੂਜੇ ਵਿਗਿਆਨੀਆਂ ਨੇ ਪ੍ਰਯੋਗ ਕੀਤੇ ਉਹਨਾਂ ਦੇ ਨਤੀਜਿਆਂ ਨੂੰ ਥਾਮਸਨ ਦੇ ਪਰਮਾਣੂ ਮਾਡਲ ਰਾਹੀਂ ਸਮਝਾਇਆ ਨਹੀਂ ਜਾ ਸਕਿਆ। ਥਾਮਸਨ ਮਾਡਲ ਤੋਂ ਬਾਅਦ ਅਰਨਸਟ ਰਦਰਫੋਰਡ ਇਹ ਜਾਣਨ ਦੇ ਇੱਛੁਕ ਸਨ ਕਿ ਇਲੈਕਟ੍ਰੋਨ ਪਰਮਾਣੂ ਦੇ ਅੰਦਰ ਕਿਵੇਂ ਵਿਵਸਥਿਤ ਹਨ। ਇਸ ਲਈ ਉਹਨਾਂ ਨੇ ਇੱਕ ਪ੍ਰਯੋਗ ਕੀਤਾ। ਇਸ ਪ੍ਰਯੋਗ ਵਿੱਚ ਤੇਜ਼ ਗਤੀ ਵਿੱਚ ਚੱਲ ਰਹੇ ਅਲਫਾ ਕਣਾਂ ਨੂੰ ਸੋਨੇ ਦੀ ਪੱਤੀ 'ਤੇ ਟਕਰਾਇਆ ਗਿਆ। ਉਹਨਾਂ ਨੇ ਸੋਨੇ ਦੀ ਪੱਤੀ ਇਸ ਲਈ ਚੁਣੀ ਕਿਉਂਕਿ ਉਹ ਬਹੁਤ ਪਤਲੀ ਪਰਤ ਚਾਹੁੰਦੇ ਸਨ ਅਤੇ ਇਹ ਸੋਨੇ ਦੀ ਪੱਤੀ 1000 ਪਰਮਾਣੂਆਂ ਦੇ ਬਰਾਬਰ ਮੋਟੀ ਸੀ ਅਤੇ ਅਲਫਾ ਕਣ ਜਿਨ੍ਹਾਂ ਦਾ ਪੁੰਜ 4U ਹੁੰਦਾ ਹੈ ਅਤੇ ਉਹ ਤੇਜ਼ ਗਤੀ ਵਿੱਚ ਜਦੋਂ ਚੱਲਦੇ ਹਨ ਅਤੇ ਉਹਨਾਂ ਵਿੱਚ ਕਾਫੀ ਮਾਤਰਾ ਵਿੱਚ ਊਰਜਾ ਹੁੰਦੀ ਹੈ। ਸੋ ਇਹ ਪ੍ਰੋਟੋਨ ਤੋਂ ਕਾਫੀ ਵੱਧ ਭਾਰੇ ਹੁੰਦੇ ਹਨ, ਇਸ ਲਈ ਇਹਨਾਂ ਤੋਂ ਵਧੇਰੇ ਵਿਖੇਪਣ ਦੀ ਆਸ ਨਹੀਂ ਕੀਤੀ ਗਈ ਸੀ। ਰਦਰਫੋਰਡ ਨੇ ਆਪਣੇ ਵਿਦਿਆਰਥੀਆਂ ਨਾਲ ਮਿਲ ਕੇ ਇੱਕ ਪ੍ਰਯੋਗ ਕੀਤਾ। ਉਹ ਇਹ ਜਾਣਨਾ ਚਾਹੁੰਦੇ ਸਨ ਕਿ ਇਲੈਕਟ੍ਰੋਨ ਪਰਮਾਣੂ ਦੇ ਅੰਦਰ ਕਿਸ ਜਗ੍ਹਾ 'ਤੇ ਮੌਜੂਦ ਹਨ, ਇਹਨਾਂ ਦੀ ਸਥਿਤੀ ਕੀ ਹੈ। ਇਸ ਕਰਕੇ ਉਹਨਾਂ ਨੇ ਇੱਕ ਸੋਨੇ ਦੀ ਪਰਤ ਰਾਹੀਂ ਅਲਫਾ ਕਣਾਂ ਦਾ ਖਿੰਡਾਉਣਾ ਪ੍ਰਯੋਗ ਕੀਤਾ। ਸੋ ਇਸ ਪ੍ਰਯੋਗ ਵਿੱਚ ਉਹਨਾਂ ਨੇ ਤੇਜ਼ ਗਤੀ ਨਾਲ ਚੱਲ ਰਹੇ ਅਲਫਾ ਕਣਾਂ ਨੂੰ ਸੋਨੇ ਦੀ ਪੱਤੀ ਨਾਲ ਟਕਰਾਇਆ, ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ। ਔਰ ਇਸ ਸੋਨੇ ਦੀ ਪੱਤੀ ਦੇ ਆਲੇ ਦੁਆਲੇ ਗੋਲਾਕਾਰ ਜ਼ਿੰਕ ਸਲਫਾਈਡ ਦੀ ਸਕਰੀਨ ਲਗਾਈ ਗਈ ਸੀ। ਜਦੋਂ ਅਲਫਾ ਕਣ ਸਕਰੀਨ ਨਾਲ ਟਕਰਾਉਂਦੇ ਤਾਂ ਇੱਕ ਰੌਸ਼ਨੀ ਦੀ ਕਿਰਨ ਦਿਖਾਈ ਦਿੰਦੀ ਸੀ। ਸੋ ਇਸ ਪ੍ਰਯੋਗ ਦੇ ਸਿੱਟੇ ਆਸ ਤੋਂ ਬਿਲਕੁਲ ਉਲਟੇ ਸਨ। ਜੇਕਰ ਜੇ ਥਾਮਸਨ ਦੇ ਕ੍ਰਿਸਮਸ ਕੇਕ ਨੂੰ ਸਹੀ ਮੰਨੀਏ ਤਾਂ ਅਲਫਾ ਕਣ ਪੱਤੀ ਵਿੱਚੋਂ ਸਿੱਧੇ ਹੀ ਨਿਕਲ ਜਾਂਦੇ ਅਤੇ ਕੁਝ ਅਲਫਾ ਕਣ ਛੋਟੇ ਛੋਟੇ ਕੋਣ ਨਾਲ ਵਿਖੇਪਤ ਹੋ ਜਾਣੇ ਸੀ, ਕਿਉਂਕਿ ਥਾਮਸਨ ਦੇ ਅਨੁਸਾਰ ਚਾਰਜਿਤ ਕਣ ਖਿਲਰੇ ਹੋਏ ਸਨ, ਇੱਕ ਹੀ ਜਗ੍ਹਾ 'ਤੇ ਇਕੱਠੇ ਨਹੀਂ ਸਨ। ਪਰ ਅਜਿਹਾ ਨਹੀਂ ਹੋਇਆ। ਬਹੁਤੇ ਕਣ ਤਾਂ ਸਿੱਧੇ ਹੀ ਨਿਕਲ ਗਏ ਅਤੇ ਕੁਝ ਕੁ ਛੋਟੇ ਛੋਟੇ ਕੋਣ ਨਾਲ ਵਿਖੇਪਤ ਹੋ ਗਏ ਅਤੇ ਹੈਰਾਨੀਜਨਕ ਰੂਪ ਨਾਲ ਹਰੇਕ 12000 ਕਣਾਂ ਵਿੱਚੋਂ ਇੱਕ ਕਣ ਵਾਪਸ 180 ਐਂਗਲ 'ਤੇ ਹੀ ਮੁੜ ਗਿਆ। ਰਦਰਫੋਰਡ ਦੇ ਅਨੁਸਾਰ ਇਹ ਸਿੱਟਾ ਮੰਨਣਯੋਗ ਨਹੀਂ ਸੀ। ਇਹ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਤੁਸੀਂ ਤੋਪ ਦੇ ਗੋਲੇ ਨੂੰ ਟਿਸ਼ੂ ਪੇਪਰ ਦੇ ਟੁਕੜੇ 'ਤੇ ਮਾਰੋ ਅਤੇ ਉਹ ਵਾਪਸ ਮੁੜ ਤੁਹਾਨੂੰ ਸੱਟ ਪਹੁੰਚਾ ਦੇਵੇ, ਜੋ ਕਿ ਬਿਲਕੁਲ ਵੀ ਮੰਨਣਯੋਗ ਨਹੀਂ ਹੈ। ਸੋ ਰਦਰਫੋਰਡ ਪਰਮਾਣੂ ਮਾਡਲ ਦੇ ਜੋ ਸਿੱਟੇ ਨਿਕਲੇ ਉਸ ਵਿੱਚ ਇਹ ਸੀ ਕਿ ਤੇਜ਼ ਗਤੀ ਨਾਲ ਚੱਲ ਰਹੇ ਜਿਹੜੇ ਵਧੇਰੇ ਅਲਫਾ ਕਣ ਨੇ ਉਹ ਪੱਤੀ ਦੇ ਵਿੱਚੋਂ ਸਿੱਧੇ ਨਿਕਲ ਗਏ ਬਿਨਾਂ ਮੁੜੇ ਹੋਏ। ਦੂਸਰੀ ਚੀਜ਼ ਇਹ ਦੇਖਣ 'ਚ ਆਈ ਕਿ ਕੁਝ ਅਲਫਾ ਕਣ ਪੱਤੀ ਦੁਆਰਾ ਬਹੁਤ ਛੋਟੇ ਕੋਣ ਨਾਲ ਵਿਖੇਪਿਤ ਹੋ ਗਏ, ਮਤਲਬ ਟਕਰਾਉਣ ਤੋਂ ਬਾਅਦ ਉਹ ਥੋੜ੍ਹੇ ਐਂਗਲ ਦੇ ਨਾਲ ਮੁੜ ਗਏ। ਅਤੇ ਇਹ ਵੀ ਦੇਖਿਆ ਗਿਆ ਕਿ ਬਹੁਤ ਥੋੜ੍ਹੇ ਕਣ ਜਿਹੜੇ ਸੀ ਉਹ ਟਕਰਾ ਕੇ 180 ਡਿਗਰੀ ਐਂਗਲ 'ਤੇ ਹੀ ਵਾਪਸ ਮੁੜ ਆਏ।
ਰਦਰਫੋਰਡ ਨੇ ਆਪਣੇ ਐਕਸਪੈਰੀਮੈਂਟ ਨਾਲ ਇਹ ਸਿੱਧ ਕੀਤਾ ਕਿ ਪਰਮਾਣੂ ਦੇ ਅੰਦਰ ਦਾ ਵਧੇਰੇ ਭਾਗ ਖਾਲੀ ਹੈ, ਕਿਉਂਕਿ ਵਧੇਰੇ ਅਲਫਾ ਕਣ ਬਿਨਾਂ ਮੁੜੇ ਹੋਏ ਸੋਨੇ ਦੀ ਪੱਤੀ ਤੋਂ ਬਾਹਰ ਨਿਕਲ ਜਾਂਦੇ ਹਨ। ਦੂਜੀ ਗੱਲ ਕਿ ਬਹੁਤ ਘੱਟ ਅਲਫਾ ਕਣ ਆਪਣੇ ਮਾਰਗ ਤੋਂ ਮੁੜੇ ਹੁੰਦੇ ਹਨ, ਜਿਸ ਤੋਂ ਇਹ ਪਤਾ ਲੱਗਾ ਕਿ ਪਰਮਾਣੂ ਵਿੱਚ ਧਨ ਚਾਰਜਿਤ ਭਾਗ ਬਹੁਤ ਘੱਟ ਹੈ। ਤੀਸਰੀ ਕਿ ਬਹੁਤ ਘੱਟ ਅਲਫਾ ਕਣ 180 ਐਂਗਲ 'ਤੇ ਮੁੜੇ ਹੋਏ ਸਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੋਨੇ ਦੇ ਪਰਮਾਣੂ ਦਾ ਪੂਰਨ ਧਨ ਚਾਰਜਿਤ ਭਾਗ ਤੇ ਪੁੰਜ ਪਰਮਾਣੂ ਦੇ ਅੰਦਰ ਬਹੁਤ ਘੱਟ ਆਇਤਨ ਵਿੱਚ ਸੀਮਤ ਹੈ, ਮਤਲਬ ਉਹਦਾ ਨਾਭਿਕ ਬਹੁਤ ਛੋਟਾ ਹੈ, ਜਿਸ ਨਾਲ ਟਕਰਾਉਣ 'ਤੇ ਬਹੁਤ ਥੋੜ੍ਹੇ ਕਣ ਜਿਹੜੇ ਸੀ 180 ਡਿਗਰੀ 'ਤੇ ਵਾਪਸ ਮੁੜ ਆਏ। ਆਪਣੇ ਪ੍ਰਯੋਗਾਂ ਦੇ ਆਧਾਰ 'ਤੇ ਰਦਰਫੋਰਡ ਨੇ ਪਰਮਾਣੂ ਦਾ ਜੋ ਨਾਭਕੀ ਮਾਡਲ ਪੇਸ਼ ਕੀਤਾ, ਉਸ ਦੇ ਲੱਛਣ ਇਹ ਸਨ ਕਿ ਪਰਮਾਣੂ ਦਾ ਕੇਂਦਰ ਧਨ ਚਾਰਜਿਤ ਹੁੰਦਾ ਹੈ, ਜਿਸ ਨੂੰ ਅਸੀਂ ਨਾਭਿਕ ਵੀ ਕਹਿੰਦੇ ਹਨ ਜਾਂ ਨਿਊਕਲੀਅਸ ਵੀ ਕਹਿੰਦੇ ਹਾਂ, ਅਤੇ ਪਰਮਾਣੂ ਦਾ ਸਾਰਾ ਪੁੰਜ ਨਾਭਿਕ ਵਿੱਚ ਹੀ ਪਾਇਆ ਜਾਂਦਾ ਹੈ। ਇਲੈਕਟ੍ਰੋਨ ਉਹ ਨਾਭਿਕ ਦੇ ਆਲੇ ਦੁਆਲੇ ਇੱਕ ਨਿਸ਼ਚਿਤ ਔਰਬਿਟ ਦੇ ਵਿੱਚ ਚੱਕਰ ਲਗਾਉਂਦੇ ਹਨ ਅਤੇ ਨਾਭਿਕ ਦਾ ਆਕਾਰ ਪਰਮਾਣੂ ਦੇ ਆਕਾਰ ਦੀ ਤੁਲਨਾ ਵਿੱਚ ਬਹੁਤ ਹੀ ਘੱਟ ਹੁੰਦਾ ਹੈ। ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਜੇ ਖਾਮੀਆਂ ਦੀ ਗੱਲ ਕਰੀਏ ਤਾਂ ਦੇਖਿਆ ਜਾਂਦਾ ਹੈ ਕਿ ਕੋਈ ਵੀ ਚਾਰਜਿਤ ਕਣ ਗੋਲਾਕਾਰ ਆਰਬਿਟ ਵਿੱਚ ਸਥਾਈ ਨਹੀਂ ਹੁੰਦਾ। ਪ੍ਰਵੇਗ ਦੇ ਕਾਰਨ ਚਾਰਜਿਤ ਕਣਾਂ ਤੋਂ ਊਰਜਾ ਦਾ ਵਿਕਿਰਨ ਹੁੰਦਾ ਰਹੇਗਾ। ਇਸ ਨਾਲ ਇਹ ਹੋ ਸਕਦਾ ਹੈ ਕਿ ਜਿਹੜਾ ਇਲੈਕਟ੍ਰੋਨ ਹੈ ਉਹ ਹੌਲੀ ਹੌਲੀ ਨਾਭਿਕ ਨਾਲ ਆ ਕੇ ਟਕਰਾ ਜਾਵੇਗਾ। ਜੇ ਇਸ ਤਰ੍ਹਾਂ ਹੋਵੇ ਕਿ ਇਲੈਕਟ੍ਰੋਨ ਨਾਭਿਕ ਨਾਲ ਟਕਰਾ ਜਾਵੇ ਤੇ ਪਰਮਾਣੂ ਅਸਥਿਰ ਹੋਵੇਗਾ, ਸਥਿਰ ਨਹੀਂ ਹੋਏਗਾ। ਪਰ ਅਸੀਂ ਜਾਣਦੇ ਹਾਂ ਕਿ ਪਰਮਾਣੂ ਸਥਿਰ ਹੁੰਦੇ ਹਨ, ਅਸਥਿਰ ਨਹੀਂ ਹੁੰਦੇ। ਇਲੈਕਟ੍ਰੋਨ ਪ੍ਰੋਟੋਨ ਦੀ ਖੋਜ ਤੋਂ ਬਾਅਦ 1932 ਵਿੱਚ ਜੇ ਚੈਡਵਿਕ ਨੇ ਇੱਕ ਹੋਰ ਪਰਮਾਣੂ ਦੇ ਨਿੱਕੜੇ ਜਿਹੇ ਕਣ ਦੀ ਖੋਜ ਕੀਤੀ ਜੋ ਚਾਰਜ ਰਹਿਤ ਹੁੰਦਾ ਹੈ ਅਤੇ ਪੁੰਜ ਵਿੱਚ ਪ੍ਰੋਟੋਨ ਦੇ ਹੀ ਬਰਾਬਰ ਮੰਨਿਆ ਜਾਂਦਾ ਹੈ। ਇਸ ਲਈ ਇਸ ਦਾ ਨਾਮ ਪੈ ਗਿਆ ਨਿਊਟਰੋਨ, ਕਿਉਂਕਿ ਇਹਦੇ ਉੱਪਰ ਕੋਈ ਵੀ ਚਾਰਜ ਨਹੀਂ ਹੈ। ਹਾਈਡਰੋਜਨ ਨੂੰ ਛੱਡ ਕੇ ਇਹ ਸਭ ਪਰਮਾਣੂਆਂ ਦੇ ਨਾਭਿਕ ਵਿੱਚ ਪਾਇਆ ਜਾਂਦਾ ਹੈ ਅਤੇ ਆਮ ਤੌਰ 'ਤੇ ਇਸ ਨੂੰ ਸਮਾਲ n ਦੇ ਨਾਲ ਦਰਸਾਇਆ ਜਾਂਦਾ ਹੈ। ਪਰਮਾਣੂ ਦਾ ਜਿਹੜਾ ਪੁੰਜ ਹੈ ਉਹ ਪ੍ਰੋਟੋਨ ਅਤੇ ਨਿਊਟਰੋਨ ਦੇ ਪੁੰਜ ਨੂੰ ਜੋੜ ਕੇ ਦਰਸਾਇਆ ਜਾਂਦਾ ਹੈ। ਰਦਰਫੋਰਡ ਦੇ ਮਾਡਲ ਵਿੱਚ ਜੋ ਖਾਮੀਆਂ ਆਈਆਂ ਉਸ ਨੂੰ ਦੂਰ ਕਰਨ ਦੇ ਲਈ ਨੀਲਸ ਬੋਹਰ ਨੇ ਪਰਮਾਣੂ ਦੀ ਬਣਤਰ ਦਾ ਇੱਕ ਮਾਡਲ ਪੇਸ਼ ਕੀਤਾ, ਜਿਸ ਵਿੱਚ ਉਹਨੇ ਕਿਹਾ ਕਿ ਇਲੈਕਟ੍ਰੋਨ ਕੁਝ ਨਿਸ਼ਚਿਤ ਔਰਬਿਟਾਂ ਵਿੱਚ ਹੀ ਚੱਕਰ ਲਗਾ ਸਕਦੇ ਹਨ ਅਤੇ ਉਸ ਨਿਸ਼ਚਿਤ ਔਰਬਿਟਾਂ ਨੂੰ ਅਸੀਂ ਵਿਸ਼ੇਸ਼ ਪਥ ਕਹਿੰਦੇ ਹਾਂ। ਜਿਸ ਤਰ੍ਹਾਂ ਇੱਕ ਸੋਲਰ ਸਿਸਟਮ ਦੇ ਵਿੱਚ ਵੱਖ-ਵੱਖ ਪਲੈਨਟ ਇੱਕ ਨਿਸ਼ਚਿਤ ਪਥ ਵਿੱਚ ਹੀ ਚੱਕਰ ਲਗਾਉਂਦੇ ਹਨ, ਉਸੇ ਤਰ੍ਹਾਂ ਹੀ ਐਟਮ ਜਾਂ ਪਰਮਾਣੂ ਦੇ ਨਾਭਿਕ ਦੇ ਆਲੇ ਦੁਆਲੇ ਵਿਸ਼ੇਸ਼ ਔਰਬਿਟ, ਸ਼ੈਲ ਜਾਂ ਪਥਾਂ ਵਿੱਚ ਵੱਖ-ਵੱਖ ਇਲੈਕਟ੍ਰੋਨ ਉਸ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਰਹਿੰਦੇ ਹਨ। ਜਦੋਂ ਇਲੈਕਟ੍ਰੋਨ ਕਿਸੇ ਵਿਸ਼ੇਸ਼ ਪਥ ਵਿੱਚ ਚੱਕਰ ਲਗਾਉਂਦੇ ਹਨ ਤਾਂ ਉਹਨਾਂ ਦੀ ਊਰਜਾ ਦਾ ਵਿਕਿਰਨ ਨਹੀਂ ਹੁੰਦਾ ਅਤੇ ਉਹ ਸਥਿਰ ਹੁੰਦੇ ਹਨ। ਇਹਨਾਂ ਔਰਬਿਟ ਜਾਂ ਸ਼ੈਲਾਂ ਨੂੰ ਊਰਜਾ ਪੱਧਰ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਅਸੀਂ K, L, M, N ਨਾਲ ਦਰਸਾ ਸਕਦੇ ਹਾਂ। ਥਾਮਸਨ, ਰਦਰਫੋਰਡ ਅਤੇ ਬੋਹਰ ਮਾਡਲ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਪਰਮਾਣੂ ਦੇ ਵੱਖ-ਵੱਖ ਪਥਾਂ ਵਿੱਚ ਇਲੈਕਟ੍ਰੋਨ ਘੁੰਮਦੇ ਹਨ। ਸੋ ਇਹ ਇਲੈਕਟ੍ਰੋਨ ਕਿਸ ਤਰ੍ਹਾਂ ਵੰਡੇ ਹੁੰਦੇ ਹਨ ਉਸ ਨੂੰ ਅਸੀਂ ਸਮਝਾਂਗੇ ਬੋਹਰ-ਬਰੀ ਨਿਯਮ ਦੇ ਨਾਲ। ਪਰਮਾਣੂਆਂ ਦੇ ਵੱਖ-ਵੱਖ ਔਰਬਿਟ ਵਿੱਚ ਇਲੈਕਟ੍ਰੋਨ ਦੀ ਵੰਡ ਦੇ ਲਈ ਬੋਹਰ ਤੇ ਬਰੀ ਨੇ ਕੁਝ ਨਿਯਮ ਬਣਾਏ ਸਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਰਮਾਣੂ ਦੇ ਨਾਭਿਕ ਵਿੱਚ ਪ੍ਰੋਟੋਨ ਅਤੇ ਨਿਊਟਰੋਨ ਮੌਜੂਦ ਹੁੰਦੇ ਹਨ। ਕਿਸੇ ਵੀ ਪਰਮਾਣੂ ਵਿੱਚ ਜਿੰਨੇ ਵੀ ਪ੍ਰੋਟੋਨ ਹੋਣ ਉਹੀ ਉਸਦਾ ਪਰਮਾਣੂ ਅੰਕ ਹੁੰਦਾ ਹੈ, ਜਿਸ ਨੂੰ ਅਸੀਂ ਐਟੋਮਿਕ ਨੰਬਰ ਵੀ ਕਹਿੰਦੇ ਹਾਂ। ਪਰਮਾਣੂ ਦਾ ਪੁੰਜ ਪ੍ਰੋਟੋਨ ਅਤੇ ਨਿਊਟਰੋਨ ਦੇ ਪੁੰਜ ਦਾ ਜੋੜ
ਮੰਨਿਆ ਜਾਂਦਾ ਹੈ। ਪ੍ਰੋਟੋਨ ਅਤੇ ਨਿਊਟਰੋਨ ਤੋਂ ਇਲਾਵਾ ਪਰਮਾਣੂ ਵਿੱਚ ਇਲੈਕਟ੍ਰੋਨ ਮੌਜੂਦ ਹੁੰਦੇ ਹਨ, ਜਿਹੜੇ ਨਾਭਿਕ ਦੇ ਦੁਆਲੇ ਨਿਸ਼ਚਿਤ ਔਰਬਿਟ ਵਿੱਚ ਚੱਕਰ ਲਗਾਉਂਦੇ ਰਹਿੰਦੇ ਹਨ। ਵੱਖ-ਵੱਖ ਔਰਬਿਟਾਂ ਵਿੱਚ ਇਲੈਕਟ੍ਰੋਨ ਦੀ ਵੰਡ ਨੂੰ ਅਸੀਂ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕਹਿੰਦੇ ਹਾਂ ਅਤੇ ਵੱਖ-ਵੱਖ ਔਰਬਿਟਾਂ ਵਿੱਚ ਇਲੈਕਟ੍ਰੋਨ ਦੀ ਵੰਡ ਬੋਹਰ-ਬਰੀ ਨਿਯਮ ਅਨੁਸਾਰ ਹੁੰਦੀ ਹੈ। ਸੋ ਆਓ ਅਸੀਂ ਬੋਹਰ-ਬਰੀ ਨਿਯਮ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ। ਸਭ ਤੋਂ ਪਹਿਲਾ ਨਿਯਮ, ਕਿਸੇ ਵੀ ਔਰਬਿਟ ਵਿੱਚ ਮੌਜੂਦ ਵੱਧ ਤੋਂ ਵੱਧ ਇਲੈਕਟ੍ਰੋਨਸ ਦੀਆਂ ਸੰਖਿਆ ਨੂੰ ਸੂਤਰ 2n² ਨਾਲ ਦਰਸਾਇਆ ਜਾਂਦਾ ਹੈ। n ਆਰਬਿਟ ਜਾਂ ਸ਼ੈਲ ਦਾ ਨੰਬਰ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ k ਪਹਿਲਾ ਔਰਬਿਟ, ਉਸ ਲਈ n ਦੀ ਵੈਲਿਊ 1, ਸੋ 2n² ਦੇ ਮੁਤਾਬਿਕ 2 × 1 ਦਾ ਸਕੇਅਰ = 2। ਇਸ ਦਾ ਮਤਲਬ k ਸ਼ੈਲ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰੋਨ ਹੋਣਗੇ। ਹੁਣ ਦੂਸਰਾ ਔਰਬਿਟ l, ਜਿਸ ਦੇ ਲਈ n ਦੀ ਵੈਲਿਊ 2 ਅਤੇ 2n² ਦੇ ਮੁਤਾਬਿਕ 8। ਸੋ l ਔਰਬਿਟ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ 8 ਹੁੰਦੇ ਹਨ। ਤੀਸਰਾ ਔਰਬਿਟ m, ਜਿਸ ਦੇ ਵਿੱਚ n ਦੀ ਵੈਲਿਊ 3, 2n² ਦੇ ਮੁਤਾਬਿਕ 18। ਉਸੇ ਤਰ੍ਹਾਂ n ਦੇ ਵਿੱਚ n ਦੀ ਵੈਲਿਊ 4 ਅਤੇ ਕੁੱਲ ਇਲੈਕਟ੍ਰੋਨ 32 ਹੁੰਦੇ ਹਨ। ਬੋਹਰ-ਬਰੀ ਦੇ ਦੂਸਰੇ ਨਿਯਮ ਅਨੁਸਾਰ ਸਭ ਤੋਂ ਬਾਹਰੀ ਔਰਬਿਟ ਵਿੱਚ ਇਲੈਕਟ੍ਰੋਨਾਂ ਦੀ ਵੱਧ ਤੋਂ ਵੱਧ ਸੰਖਿਆ 8 ਹੀ ਹੋ ਸਕਦੀ ਹੈ। ਬੋਹਰ-ਬਰੀ ਦੇ ਤੀਸਰੇ ਨਿਯਮ ਅਨੁਸਾਰ ਕਿਸੇ ਪਰਮਾਣੂ ਦੇ ਦਿੱਤੇ ਗਏ ਔਰਬਿਟ ਵਿੱਚ ਇਲੈਕਟ੍ਰੋਨ ਉਦੋਂ ਤੱਕ ਥਾਂ ਨਹੀਂ ਲੈਂਦੇ ਜਦ ਤੱਕ ਉਸ ਤੋਂ ਪਹਿਲੇ ਵਾਲੇ ਅੰਦਰਲੇ ਔਰਬਿਟ ਪੂਰੀ ਤਰ੍ਹਾਂ ਭਰ ਨਹੀਂ ਜਾਂਦੇ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਆਰਬਿਟ ਕ੍ਰਮ ਅਨੁਸਾਰ ਹੀ ਭਰੇ ਜਾਂਦੇ ਨੇ। ਅਸੀਂ ਹੋਰਨਾਂ ਤੱਤਾਂ ਦੀ ਇਲੈਕਟ੍ਰੋਨਿਕ ਤਰਤੀਬ 'ਤੇ ਇੱਕ ਝਾਤੀ ਮਾਰਦੇ ਹਾਂ। ਸਭ ਤੋਂ ਪਹਿਲਾਂ ਹਾਈਡਰੋਜਨ, ਐਟੋਮਿਕ ਨੰਬਰ 1, k ਸ਼ੈਲ ਵਿੱਚ 1 ਇਲੈਕਟ੍ਰੋਨ। ਹੀਲੀਅਮ 2 ਐਟੋਮਿਕ ਨੰਬਰ, ਕੌਨਫੀਗਰੇਸ਼ਨ k2। ਲਿਥੀਅਮ 3 ਐਟੋਮਿਕ ਨੰਬਰ 2 1। ਬਰੀਲੀਅਮ 4 ਐਟੋਮਿਕ ਨੰਬਰ 2 2। ਬੋਰੋਨ 2 3। ਕਾਰਬਨ 2 4। ਨਾਈਟ੍ਰੋਜਨ ਕੌਨਫੀਗਰੇਸ਼ਨ 2 5। ਆਕਸੀਜਨ ਦੀ 2 6। ਫਲੋਰੀਨ 2 7। ਨਿਓਨ 2 8। ਸੋਡੀਅਮ 2 8 1। ਮੈਗਨੀਸ਼ੀਅਮ 2 8 2। ਐਲੂਮੀਨੀਅਮ 2 8 3। ਸਿਲੀਕॉन 2 8 4। ਫਾਸਫੋਰਸ 2 8 5। ਸਲਫਰ 2 8 6। ਕਲੋਰੀਨ 2 8 7। ਆਰਗਨ 2 8 8। ਪੋਟਾਸ਼ੀਅਮ 2 8 8 1 ਅਤੇ ਕੈਲਸ਼ੀਅਮ 2 8 8 2। ਪਿਆਰੇ ਵਿਦਿਆਰਥੀਓ, ਆਓ ਅਸੀਂ ਹੁਣ ਉਹਨਾਂ ਵਿਗਿਆਨੀਆਂ ਬਾਰੇ ਜਾਣਕਾਰੀ ਹਾਸਲ ਕਰੀਏ ਜਿਨ੍ਹਾਂ ਨੇ ਪਰਮਾਣੂ ਦੀ ਬਣਤਰ ਨਾਲ ਸੰਬੰਧਿਤ ਮਾਡਲ ਪੇਸ਼ ਕੀਤੇ ਸਨ। ਸੋ ਸਭ ਤੋਂ ਪਹਿਲਾਂ J.J. ਥਾਮਸਨ। ਬ੍ਰਿਟਿਸ਼ ਭੌਤਿਕ ਸ਼ਾਸਤਰੀ J.J. ਥਾਮਸਨ ਦਾ ਜਨਮ 18 ਦਸੰਬਰ 1856 ਨੂੰ ਮਾਨਚੈਸਟਰ ਦੇ ਕੀਥਮ ਹਿੱਲ ਖੇਤਰ ਵਿੱਚ ਹੋਇਆ ਸੀ। ਇਲੈਕਟ੍ਰੋਨ ਦੀ ਉਹਨਾਂ ਨੇ ਖੋਜ ਕੀਤੀ, ਜਿਸ ਕਰਕੇ 1906 ਵਿੱਚ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ। 35 ਵਰ੍ਹੇ ਉਹ ਕੈਂਬਰਿਜ ਵਿਖੇ
ਕਵੈਂਡਿਸ਼ ਪ੍ਰਯੋਗਸ਼ਾਲਾ ਦੇ ਨਿਰਦੇਸ਼ਕ ਰਹੇ ਸਨ ਅਤੇ ਉਹਨਾਂ ਦੇ ਖੋਜ ਦੇ 7 ਸਹਿਯੋਗੀਆਂ ਨੂੰ ਵੀ ਅੱਗੇ ਚੱਲ ਕੇ ਨੋਬਲ ਪੁਰਸਕਾਰ ਮਿਲਿਆ। ਈ ਰਦਰਫੋਰਡ, ਅਰਨੈਸਟ ਰਦਰਫੋਰਡ, ਉਹਨਾਂ ਦਾ ਜਨਮ 30 ਅਗਸਤ 1871 ਵਿੱਚ ਸਪਰਿੰਗ ਗਰੋਵ ਵਿੱਚ ਹੋਇਆ ਸੀ। ਉਹਨਾਂ ਨੂੰ ਨਾਭਕੀ ਭੌਤਿਕੀ ਦਾ ਜਨਕ ਮੰਨਿਆ ਜਾਂਦਾ ਸੀ। ਰੇਡੀਓ ਐਕਟਿਵਤਾ 'ਤੇ ਆਪਣੇ ਯੋਗਦਾਨ ਅਤੇ ਸੋਨੇ ਦੀ ਪੱਤੀ ਦੇ ਰਾਹੀਂ ਪਰਮਾਣੂ ਦੇ ਨਾਭਿਕ ਦੀ ਖੋਜ ਲਈ ਉਹ ਬਹੁਤ ਹੀ ਪ੍ਰਸਿੱਧ ਹੋਏ। ਇਸ ਕਰਕੇ 1908 ਵਿੱਚ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ। ਬੋਹਰ ਮਾਡਲ ਪੇਸ਼ ਕਰਨ ਵਾਲੇ ਨੀਲਸ ਬੋਹਰ, ਜਿਨ੍ਹਾਂ ਦਾ ਜਨਮ 7 ਅਕਤੂਬਰ 1885 ਵਿੱਚ ਕੋਪਨਹੈਗਨ ਵਿੱਚ ਹੋਇਆ ਸੀ। 1916 ਵਿੱਚ ਕੋਪਨਹੈਗਨ ਯੂਨੀਵਰਸਿਟੀ ਵਿੱਚ ਉਹਨਾਂ ਨੂੰ ਭੌਤਿਕ ਸ਼ਾਸਤਰ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। 1922 ਵਿੱਚ ਉਹਨਾਂ ਨੂੰ ਪਰਮਾਣੂ ਦੀ ਬਣਤਰ ਅਤੇ ਆਪਣੇ ਯੋਗਦਾਨ ਦੇ ਲਈ ਨੋਬਲ ਪੁਰਸਕਾਰ ਮਿਲਿਆ। ਪ੍ਰੋਫੈਸਰ ਬੋਹਰ ਦੇ ਅਨੇਕਾਂ ਲੇਖ 'ਤੇ ਆਧਾਰਿਤ 3 ਕਿਤਾਬਾਂ ਛਪੀਆਂ। ਪਹਿਲੀ ਕਿਤਾਬ ਦੀ ਥਿਊਰੀ ਆਫ ਸਪੈਕਟਰਾ ਐਂਡ ਐਟੋਮਿਕ ਕੌਨਸਟੀਟਿਊਸ਼ਨ, ਦੂਸਰੀ ਕਿਤਾਬ ਐਟੋਮਿਕ ਥਿਊਰੀ ਅਤੇ ਤੀਸਰੀ ਕਿਤਾਬ ਦਾ ਡਿਸਕ੍ਰਿਪਸ਼ਨ ਆਫ ਨੇਚਰ। ਸੋ ਇਹ 3 ਕਿਤਾਬਾਂ ਉਹਨਾਂ ਦੇ ਦੁਆਰਾ ਲਿਖੀਆਂ ਗਈਆਂ ਸਨ। ਸੋ ਪਿਆਰੇ ਬੱਚਿਓ, ਹੁਣ ਤੱਕ ਅਸੀਂ ਇਹ ਸਿੱਖਿਆ ਕਿ ਪਦਾਰਥ ਪਰਮਾਣੂਆਂ ਅਤੇ ਅਣੂਆਂ ਤੋਂ ਮਿਲ ਕੇ ਬਣੇ ਹੁੰਦੇ ਹਨ। ਪਰਮਾਣੂ ਵਿਭਾਜ ਹੁੰਦੇ ਹਨ। ਇਹ ਪ੍ਰੋਟੋਨ, ਨਿਊਟਰਨ ਅਤੇ ਇਲੈਕਟ੍ਰੋਨ ਤੋਂ ਮਿਲ ਕੇ ਬਣੇ ਹੁੰਦੇ ਹਨ। ਇਲੈਕਟ੍ਰੋਨ ਦੀ ਖੋਜ ਕੀਤੀ ਜੇ ਥਾਮਸਨ ਨੇ। ਪ੍ਰੋਟੋਨ ਦੀ ਖੋਜ ਕੀਤੀ ਈ ਗੋਲਡਸਟੀਨ ਨੇ। ਪਰਮਾਣੂਆਂ ਦੀ ਬਣਤਰ ਬਾਰੇ ਥਾਮਸਨ, ਰਦਰਫੋਰਡ ਅਤੇ ਬੋਹਰ ਨੇ ਆਪਣੇ ਮਾਡਲ ਪੇਸ਼ ਕੀਤੇ। ਜੇ ਥਾਮਸਨ ਨੇ ਇਹ ਸੁਝਾਅ ਦਿੱਤਾ ਸੀ ਕਿ ਇਲੈਕਟ੍ਰੋਨ ਧਨ ਚਾਰਜਿਤ ਗੋਲੇ ਵਿੱਚ ਖੁੱਭੇ ਹੁੰਦੇ ਹਨ। ਰਦਰਫੋਰਡ ਦੇ ਅਲਫਾ ਕਣਾਂ ਦੇ ਖਿੰਡਾਊ ਪ੍ਰਯੋਗ ਨੇ ਪਰਮਾਣੂ ਦੇ ਨਿਊਕਲੀਅਸ ਦੀ ਖੋਜ ਕੀਤੀ। ਰਦਰਫੋਰਡ ਦੇ ਪਰਮਾਣੂ ਮਾਡਲ ਨੇ ਇਹ ਸੁਝਾਅ ਦਿੱਤਾ ਕਿ ਪਰਮਾਣੂ ਦੇ ਅੰਦਰ ਬਹੁਤ ਛੋਟਾ ਨਿਊਕਲੀਅਸ ਹੁੰਦਾ ਹੈ ਅਤੇ ਇਲੈਕਟ੍ਰੋਨ ਨਿਊਕਲੀਅਸ ਦੇ ਆਲੇ ਦੁਆਲੇ ਘੁੰਮਦੇ ਹਨ। ਪਰਮਾਣੂ ਦੀ ਸਥਿਰਤਾ ਦੀ ਇਸ ਮਾਡਲ ਨਾਲ ਵਿਆਖਿਆ ਨਹੀਂ ਕੀਤੀ ਜਾ ਸਕੀ। ਫਿਰ ਨੀਲ ਬੋਹਰ ਨੇ ਆਪਣਾ ਪਰਮਾਣੂ ਦਾ ਮਾਡਲ ਪੇਸ਼ ਕੀਤਾ, ਜੋ ਕਿ ਵਧੇਰੇ ਸਫਲ ਮੰਨਿਆ ਗਿਆ। ਉਹਨਾਂ ਨੇ ਸੁਝਾਅ ਦਿੱਤਾ ਕਿ ਇਲੈਕਟ੍ਰੋਨ ਨਿਊਕਲੀਅਸ ਦੇ ਆਲੇ ਦੁਆਲੇ ਨਿਸ਼ਚਿਤ ਊਰਜਾ ਦੇ ਨਾਲ ਵੱਖ-ਵੱਖ ਸ਼ੈੱਲਾਂ ਵਿੱਚ ਵੰਡੇ ਹਨ। ਜੇ ਪਰਮਾਣੂ ਦੇ ਸਭ ਤੋਂ ਬਾਹਰੀ ਸ਼ੈੱਲ ਭਰ ਜਾਂਦੇ ਹਨ ਤਾਂ ਪਰਮਾਣੂ ਸਥਿਰ ਹੋਵੇਗਾ ਅਤੇ ਘੱਟ ਕਿਰਿਆਸ਼ੀਲ ਹੋਵੇਗਾ। ਜੇ ਚੈਡਵਿਕ ਨੇ ਪਰਮਾਣੂ ਦੇ ਅੰਦਰ ਨਿਊਟਰੋਨ ਦੀ ਮੌਜੂਦਗੀ ਦੀ ਖੋਜ ਕੀਤੀ। ਇਸ ਤਰ੍ਹਾਂ ਪਰਮਾਣੂ ਦੇ 3 ਅਪਰਮਾਣੁਕ ਕਣ ਹਨ: ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ। ਇਲੈਕਟ੍ਰੋਨ ਰਿਣ ਚਾਰਜਿਤ ਹੁੰਦੇ ਹਨ, ਪ੍ਰੋਟੋਨ ਧਨ ਚਾਰਜਿਤ ਹੁੰਦੇ ਹਨ ਅਤੇ ਨਿਊਟਰੋਨ ਅਣਚਾਰਜਿਤ ਹੁੰਦੇ ਹਨ। ਪਰਮਾਣੂ ਸ਼ੈੱਲਾਂ ਨੂੰ KLMN ਨਾਂ ਦਿੱਤੇ ਗਏ ਹਨ। ਪਰਮਾਣੂ ਦੇ ਵੱਖ-ਵੱਖ ਆਰਬਿਟਾਂ ਵਿੱਚ ਇਲੈਕਟ੍ਰੋਨਾਂ ਦੀ ਵੰਡ ਬੋਹਰ-ਬਰੀ ਨਿਯਮ ਅਨੁਸਾਰ ਹੁੰਦੀ ਹੈ, ਜਿਸ ਦੇ ਅਨੁਸਾਰ ਕਿਸੇ ਵੀ ਆਰਬਿਟ ਵਿੱਚ ਮੌਜੂਦ ਵੱਧ ਤੋਂ ਵੱਧ ਇਲੈਕਟ੍ਰੋਨਾਂ ਦੀ ਸੰਖਿਆ 2n² ਨਾਲ ਦਰਸਾਈ ਜਾਂਦੀ ਹੈ। ਇਸ ਦੇ ਦੂਸਰੇ ਨਿਯਮ ਅਨੁਸਾਰ ਸਭ ਤੋਂ ਬਾਹਰੀ ਆਰਬਿਟ ਵਿੱਚ ਇਲੈਕਟ੍ਰੋਨਾਂ ਦੀ ਵੱਧ ਤੋਂ ਵੱਧ ਸੰਖਿਆ 8 ਹੋ ਸਕਦੀ ਹੈ। ਕਿਸੇ ਪਰਮਾਣੂ ਦੇ ਦਿੱਤੇ ਗਏ ਆਰਬਿਟ ਵਿੱਚ ਇਲੈਕਟ੍ਰੋਨ ਉਦੋਂ ਤੱਕ ਥਾਂ ਨਹੀਂ ਲੈਂਦੇ ਜਦੋਂ ਤੱਕ ਉਸਦੇ ਅੰਦਰਲੇ ਆਰਬਿਟ ਭਰ ਨਹੀਂ ਜਾਂਦੇ। ਸੋ ਇਹ ਸੀ ਪਰਮਾਣੂ ਦੀ ਬਣਤਰ ਨਾਲ ਸੰਬੰਧਿਤ ਮਾਡਲ। ਪਿਆਰੇ ਵਿਦਿਆਰਥੀਓ, ਆਓ ਅਸੀਂ ਕੁਝ ਪ੍ਰਸ਼ਨਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ। ਸੋ ਪਹਿਲਾ ਪ੍ਰਸ਼ਨ, ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟ੍ਰੋਨ ਅਤੇ ਇੱਕ ਹੀ ਪ੍ਰੋਟੋਨ ਹੈ
ਤਾਂ ਕੀ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ। ਸੋ ਇਲੈਕਟ੍ਰੋਨ ਦੇ ਉੱਪਰ ਵੀ ਚਾਰਜ -1, ਪ੍ਰੋਟੋਨ ਦੇ ਉੱਪਰ ਚਾਰਜ +1। ਸੋ ਇਹ ਦੋਨੋਂ ਇੱਕ ਦੂਜੇ ਨੂੰ ਨਿਊਟਰਲ ਕਰ ਦਿੰਦੇ ਹਨ। ਸੋ ਇਸ ਦਾ ਮਤਲਬ ਕਿ ਅਗਰ ਪਰਮਾਣੂ ਵਿੱਚ ਇੱਕ ਇਲੈਕਟ੍ਰੋਨ ਅਤੇ ਇੱਕ ਪ੍ਰੋਟੋਨ ਹੈ ਤਾਂ ਉਸ ਉੱਪਰ ਕੋਈ ਵੀ ਚਾਰਜ ਨਹੀਂ ਹੋਵੇਗਾ, ਉਹ ਨਿਊਟਰਲ ਹੋਵੇਗਾ। ਦੂਸਰਾ ਪ੍ਰਸ਼ਨ ਕਿ ਇਲੈਕਟ੍ਰੋਨ ਉੱਪਰ ਕਿੰਨਾ ਚਾਰਜ ਹੁੰਦਾ ਹੈ। ਅਸੀਂ ਹੁਣੇ ਗੱਲ ਕੀਤੀ ਕਿ ਇਲੈਕਟ੍ਰੋਨ ਉੱਪਰ -1 ਚਾਰਜ ਹੁੰਦਾ ਹੈ। ਤੀਸਰਾ ਪ੍ਰਸ਼ਨ ਨਿਊਟਰੋਨ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਸੀ। ਸੋ ਨਿਊਟਰੋਨ ਦੀ ਖੋਜ ਜੇ ਚੈਡਵਿਕ ਨੇ ਕੀਤੀ ਸੀ। ਚੌਥਾ ਪ੍ਰਸ਼ਨ ਕੇ ਆਰਬਿਟ ਤੋਂ ਇਲਾਵਾ ਕਿਸੇ ਵੀ ਬਾਹਰੀ ਆਰਬਿਟ ਵਿੱਚ ਕਿੰਨੇ ਇਲੈਕਟ੍ਰੋਨ ਹੋ ਸਕਦੇ ਹਨ। ਸੋ ਇਹ ਅਸੀਂ ਬੋਹਰ-ਬਰੀ ਨਿਯਮ ਵਿੱਚ ਪੜ੍ਹਿਆ ਸੀਗਾ ਕਿ ਕੇ ਆਰਬਿਟ ਵਿੱਚ ਤੇ ਵੱਧ ਤੋਂ ਵੱਧ 2 ਇਲੈਕਟ੍ਰੋਨ ਹੁੰਦੇ ਨੇ ਅਤੇ ਉਸ ਤੋਂ ਇਲਾਵਾ ਹੋਰ ਕਿਸੇ ਵੀ ਬਾਹਰੀ ਆਰਬਿਟ ਵਿੱਚ ਵੱਧ ਤੋਂ ਵੱਧ 8 ਇਲੈਕਟ੍ਰੋਨ ਹੋ ਸਕਦੇ ਹਨ। ਲਾਸਟ ਕੁਐਸਚਨ ਕਿ ਜੇਕਰ ਕੇ ਅਤੇ ਐਲ ਆਰਬਿਟ ਭਰੇ ਹੋਣ ਤਾਂ ਇਲੈਕਟ੍ਰੋਨਾਂ ਦੀ ਸੰਖਿਆ ਕੀ ਹੋਵੇਗੀ। ਸੋ ਕੇ ਆਰਬਿਟ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ ਹੁੰਦੇ ਨੇ 2, ਐਲ ਆਰਬਿਟ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ ਹੁੰਦੇ ਨੇ 8। ਇਸ ਦਾ ਮਤਲਬ ਕਿ ਟੋਟਲ ਇਲੈਕਟ੍ਰੋਨ ਹੋਣਗੇ 10। ਸੋ ਦੋਨਾਂ ਨੂੰ ਅਗਰ ਜਮ੍ਹਾਂ ਕਰ ਦਿੱਤਾ ਜਾਵੇ 2 + 8, ਸੋ ਇਸ ਦਾ ਮਤਲਬ ਕੇ ਅਤੇ ਐਲ ਆਰਬਿਟਲ ਅਗਰ ਭਰੇ ਹੋਣਗੇ ਤਾਂ ਇਲੈਕਟ੍ਰੋਨਾਂ ਦੀ ਸੰਖਿਆ 10 ਹੋਵੇਗੀ। ਸੋ ਇਹ ਸਨ ਕੁਝ ਪ੍ਰਸ਼ਨ। ਸੋ ਬਾਕੀ ਪ੍ਰਸ਼ਨ ਤੁਹਾਡੀ ਕਿਤਾਬਾਂ ਵਿੱਚ ਵੀ ਦਿੱਤੇ ਹੋਏ ਨੇ, ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ। ਧੰਨਵਾਦ।